ਅੱਜ ਸਵੇਰੇ ਇੱਕ ਅੰਮ੍ਰਿਤਸਰ ਤੋਂ ਮਾਈ ਨੇ ਫੋਨ ਕਰਕੇ ਪੁੱਛਿਆ ਸੀ ਕਿ ਤੁਸੀਂ ਕਹਿੰਦੇ ਹੋ ਵੀ ਮੈਂ ਕੋਈ ਵਿਧੀ ਨਹੀਂ ਦਿੰਦਾ ਹਾਂ। ਕੋਈ ਵਿਧੀ ਦੱਸਦਾ ਨਹੀਂ ਹਾਂ ਪਰਮਾਤਮਾ ਨੂੰ ਪਾਉਣ ਵਾਸਤੇ, ਪਰ ਜਿੱਥੇ ਮੈਂ ਰਹਿ ਰਹੀ ਹਾਂ ਇੱਥੇ ਸੰਗਤ ਦੇ ਵਿੱਚ ਜ਼ੋਰ ਜ਼ੋਰ ਦੀ ਪਰਮਾਤਮਾ ਦਾ ਨਾਮ ਜਪਣ ਵਾਸਤੇ ਕਹਿੰਦੇ ਹਨ। ਜ਼ੋਰ ਜ਼ੋਰ ਦੀ ਵਾਹਿਗੁਰੂ ਵਾਹਿਗੁਰੂ ਕਰੋ, ਜਿੰਨਾ ਜ਼ੋਰ ਦੀ ਕਰ ਸਕੋ ਉਹਨਾਂ ਜ਼ੋਰ ਦੀ ਕਰੋ। ਇਉਂ ਹੀ ਕਹਿੰਦੇ ਹਨ ਨਾ, ਇਹ ਕਹਿੰਦੇ ਵੀ ਕੀ ਗੱਲ ਪਰਮਾਤਮਾ ਨੂੰ ਹੌਲੀ ਹੌਲੀ ਯਾਦ ਨਹੀਂ ਕੀਤਾ ਜਾ ਸਕਦਾ, ਹੌਲੀ ਹੌਲੀ ਸਿਮਰਨ ਨਹੀਂ ਕੀਤਾ ਜਾ ਸਕਦਾ। ਇਹ ਜੋ ਪਰਮਾਤਮਾ ਦਾ ਨਾਮ ਰਟਨ ਕਰ ਰਹੇ ਹਨ, ਦਰਅਸਲ ਇਹ ਪਰਮਾਤਮਾ ਨੂੰ ਯਾਦ ਨਹੀਂ ਕਰ ਰਹੇ ਹਨ। ਜਿਹੜੇ ਜ਼ੋਰ ਜ਼ੋਰ ਦੀ ਨਾਂ ਲੈ ਕੇ ਪਰਮਾਤਮਾ ਨੂੰ ਯਾਦ ਕਰਦੇ ਹਨ, ਨਾਮ ਜਪਦੇ ਹਨ ਉੱਚੀ ਉੱਚੀ, ਉਹ ਪਰਮਾਤਮਾ ਨੂੰ ਯਾਦ ਨਹੀਂ ਕਰ ਰਹੇ ਹਨ। ਦਰਅਸਲ ਜ਼ੋਰ ਜ਼ੋਰ ਦੀ ਜਦੋਂ ਤੁਸੀਂ ਕੋਈ ਆਵਾਜ਼ ਕਰਦੇ ਹੋ ਨਾ, ਉਹਦੇ ਦੁਆਰਾ ਜਿਹੜਾ ਮਨ ਬਾਹਰ ਭੱਜਦਾ ਸੀ ਉਹ ਭੱਜਣੋਂ ਥੋੜ੍ਹਾ ਜਿਹਾ ਹਟ ਜਾਂਦਾ ਹੈ। ਇਹ ਗੱਲ ਥੋੜ੍ਹੀ ਜਿਹੀ ਖਿਆਲ ਵਿੱਚ ਇਉਂ ਲਓ ਵੀ ਜਿਵੇਂ ਕਹਿੰਦੇ ਹਨ ਕਿ ਆਦਮੀ ਚੀਖਦਾ ਹੈ ਉਦੋਂ ਜਦੋਂ ਉਹਨੂੰ ਦਰਦ ਹੁੰਦੀ ਹੈ, ਪਸ਼ੂ ਨੂੰ ਵੀ ਜਦੋਂ ਦਰਦ ਹੁੰਦੀ ਹੋਵੇ ਉਹ ਵੀ ਚੀਕਦਾ ਹੈ, ਆਵਾਜ਼ ਕਰਦਾ ਜਦੋਂ ਕੁਛ ਮਾਰੋ ਉਹਨੂੰ ਜਾਂ ਚੋਟ ਲੱਗੀ ਹੋਵੇ। ਤੇ ਜਾਨਵਰ ਵੀ ਐਸਾ ਕਰਦੇ ਹਨ। ਇਹਦਾ ਕਾਰਨ ਇਹ ਹੈ ਵੀ ਜਦੋਂ ਆਦਮੀ ਜ਼ੋਰ ਦੀ ਚੀਕਦਾ ਹੈ ਨਾ, ਉਦੋਂ ਉਹਨੂੰ ਦਰਦ ਭੁੱਲ ਜਾਂਦੀ। ਜਦੋਂ ਦਰਦ ਨਾ ਕੋਈ ਕੰਮ ਕਰਨਾ ਹੋਵੇ ਉਦੋਂ ਵੀ ਲੋਕ ਚੀਕਦੇ ਹਨ ਤਾਂ ਕਿ ਦਰਦ ਮਹਿਸੂਸ ਨਾ ਹੋਵੇ। ਚੀਕਣ ਕਰਕੇ, ਆਵਾਜ਼ ਜ਼ੋਰ ਦੀ ਕਰਨ ਕਰਕੇ ਦਿਮਾਗ ਦੇ ਵਿੱਚ ਇੱਕ ਵਾਈਬ੍ਰੇਸ਼ਨ ਹੁੰਦੀ ਹੈ, ਤੰਤੂ ਕੰਬਦੇ ਹਨ ਦਿਮਾਗ ਦੇ। ਉਹ ਜਿਹੜੀ ਪੀੜਾ ਦੀ, ਦਰਦ ਦੀ ਸੰਵੇਦਨਾ ਸੀ ਨਾ, ਉਹ ਫਿਰ ਦਿਮਾਗ ਪਕੜ ਨਹੀਂ ਪਾਉਂਦਾ ਹੈ ਉਸ ਵਕਤ ਜਦੋਂ ਕੰਪਨ ਹੋ ਰਿਹਾ ਹੁੰਦਾ। ਇੱਦਾਂ ਹੀ ਜਿਹੜੇ ਜ਼ੋਰ ਜ਼ੋਰ ਦੀ ਪਰਮਾਤਮਾ ਦਾ ਚਿੰਤਨ ਕਰਦੇ ਹਨ, ਪਰਮਾਤਮਾ ਨੂੰ ਯਾਦ ਕਰਦੇ, ਤੇ ਉਹ ਵੀ ਐਸਾ ਹੀ ਕਰ ਰਹੇ ਹਨ ਵੀ ਜਦੋਂ ਜ਼ੋਰ ਜ਼ੋਰ ਦੀ ਕੋਈ ਸਿਰ ਹਿਲਾ ਹਿਲਾ ਕੇ ਇੱਕ ਸ਼ਬਦ ਨੂੰ ਰਟਨ ਕਰਦਾ ਹੈ ਨਾ, ਤੇ ਉਹਦੀ ਵਾਈਬ੍ਰੇਸ਼ਨ ਦੁਆਰਾ ਸੰਸਾਰ ਦਾ ਖਿਆਲ ਭੁੱਲ ਜਾਂਦਾ ਹੈ ਤੇ ਉਹਦਾ ਦਿਮਾਗ ਘੁੰਮਣ ਲੱਗ ਜਾਂਦਾ ਹੈ ਕਈਆਂ ਦਾ।
ਤੇ ਇਉਂ ਲੱਗਦਾ ਹੈ ਜਿਵੇਂ ਉਹਨੂੰ ਮਸਤੀ ਚੜ੍ਹ ਗਈ ਹੁੰਦੀ ਹੈ। ਗੋਲ ਗੋਲ ਘੁੰਮਣ ਲੱਗ ਜਾਂਦਾ, ਕਈਆਂ ਦਾ ਅੱਗੇ ਪਿੱਛੇ ਘੁੰਮਣ ਲੱਗ ਜਾਂਦਾ, ਤੇ ਦੇਖਣ ਵਾਲਾ ਕਹਿੰਦਾ ਹੈ ਬੱਲੇ ਬੱਲੇ, ਨਾਮ ਦੀ ਮਸਤੀ ਚੜ੍ਹ ਗਈ। ਉਹ ਨਾਮ ਦੀ ਮਸਤੀ ਨਹੀਂ ਹੈ। ਐਸਾ ਹੀ ਬਹੁਤ ਸਾਰੇ ਆਸ਼ਰਮਾਂ 'ਚ ਕਰਾਇਆ ਜਾਂਦਾ ਹੈ। ਇਹਨੂੰ ਹੀ ਧਾਰਮਿਕਤਾ ਕਿਹਾ ਜਾ ਰਿਹਾ ਹੈ। ਵਾਸਤਵਿਕ ਦੇ ਵਿੱਚ ਇਹ ਧਾਰਮਿਕਤਾ ਨਹੀਂ ਹੈ। ਇਹ ਤਾਂ ਸੰਸਾਰਿਕ ਤਲ ਦੀ ਇੱਕ ਪ੍ਰਕਿਰਿਆ ਹੈ, ਕਹਿ ਸਕਦੇ ਹਾਂ। ਜਿਵੇਂ ਕੋਈ ਜ਼ੋਰ ਜ਼ੋਰ ਦੀ ਨੱਚਣ ਲੱਗ ਪਿਆ, ਕੋਈ ਜ਼ੋਰ ਜ਼ੋਰ ਦੀ ਚੀਕਣ ਲੱਗ ਜਾਵੇ, ਭੁੜਕਣ ਲੱਗ ਜਾਵੇ, ਟੱਪਣ ਲੱਗ ਜਾਵੇ, ਬੋਲਣ ਲੱਗ ਜਾਵੇ ਜ਼ੋਰ ਜ਼ੋਰ, ਤੋਂ ਵਾਈਬ੍ਰੇਸ਼ਨ ਹੁੰਦੀ ਹੈ। ਇੱਕ ਸਰੀਰ ਥੱਕਦਾ ਹੈ ਭੁੜਕਣ ਨੱਚਣ ਕਰਕੇ, ਤੋਂ ਵਾਈਬ੍ਰੇਸ਼ਨ ਦੁਆਰਾ ਦਿਮਾਗ ਸ਼ਾਂਤ ਹੋ ਜਾਂਦਾ ਹੈ, ਅਤੇ ਭੁੜਕਣ ਕਰਕੇ ਸਰੀਰ ਥੱਕ ਜਾਂਦਾ ਹੈ, ਅਤੇ ਬਾਅਦ ਦੇ ਵਿੱਚ ਆਦਮੀ ਇਉਂ ਮਹਿਸੂਸ ਕਰਦਾ ਹੈ ਬੜਾ ਹੀ ਰਿਲੈਕਸ, ਸ਼ਾਂਤ, ਵੀ ਸ਼ਾਂਤ ਹੋ ਗਿਆ ਮਨ। ਦੇਖੋ, ਪਰ ਉਹ ਜਿਹੜੀ ਬਾਅਦ ਦੇ ਵਿੱਚ ਸ਼ਾਂਤੀ ਆਉਂਦੀ ਹੈ ਉਹ ਥੋੜ੍ਹੇ ਚਿਰ ਵਾਸਤੇ ਹੁੰਦੀ ਹੈ, ਫਿਰ ਮਨ ਚੱਲ ਪੈਂਦਾ। ਐਸੀਆਂ ਪ੍ਰਕਿਰਿਆਵਾਂ ਬਹੁਤ ਕਰਾ ਰਹੇ ਹਨ, ਐਸੀਆਂ ਧਿਆਨ ਦੀਆਂ ਵਿਧੀਆਂ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਭੁੜਕਿਆ ਜਾਂਦਾ, ਨੱਚਿਆ ਜਾਂਦਾ, ਚੀਕਿਆ ਜਾਂਦਾ, ਪੁਕਾਰਿਆ ਜਾਂਦਾ, ਬੋਲਿਆ ਜਾਂਦਾ, ਬੜੇ ਉਪਦਰਵ ਕਰਦੇ ਲੋਕ। ਉਹਦੇ ਨਾਲ ਥੋੜ੍ਹੇ ਚਿਰ ਵਾਸਤੇ ਸੰਸਾਰ ਭੁੱਲਦਾ ਹੈ, ਥੋੜ੍ਹੇ ਚਿਰ ਵਾਸਤੇ ਮਸਤੀ ਆਉਂਦੀ, ਇਸ ਕਰਕੇ ਲੋਕ ਭੁੜਕਦੇ ਨੱਚਦੇ ਹਨ। ਆ ਜਾਨਵਰ ਵੀ ਜਦੋਂ ਮਸਤੀ ਆਉਂਦੀ ਭੁੜਕਦੇ ਨੱਚਦੇ ਹਨ। ਅਤੇ ਇੱਦਾਂ ਹੀ ਬੰਦਾ ਹੈ। ਇਹ ਵਾਸਤਵਿਕ ਦੇ ਵਿੱਚ ਨੈਚੁਰਲ ਪ੍ਰਕਿਰਿਆ ਹੈ ਮਨੁੱਖ ਦੀ। ਜਦੋਂ ਖੁਸ਼ੀ ਆਉਂਦੀ ਹੈ ਉਦੋਂ ਨੱਚਦਾ ਭੁੜਕਦਾ ਹੈ, ਜਾਂ ਬਹੁਤ ਪਰੇਸ਼ਾਨੀ ਹੋਵੇ, ਦੁੱਖ ਹੋਵੇ, ਬੱਚਾ ਚੀਕਦਾ ਪੁਕਾਰਦਾ ਹੈ, ਲੇਟਦਾ ਹੈ, ਇਹਦੇ ਨਾਲ ਉਹ ਭੁੱਲਦਾ ਹੈ ਆਪਣੇ ਦੁੱਖ ਨੂੰ, ਪਰੇਸ਼ਾਨੀਆਂ ਨੂੰ। ਇਉਂ ਹੀ ਸੰਸਾਰ ਨੂੰ ਵੀ ਥੋੜ੍ਹਾ ਜਿਹਾ ਭੁਲਾਇਆ ਜਾ ਸਕਦਾ ਹੈ। ਤਾਂ ਇਵੇਂ ਹੀ ਧਾਰਮਿਕ ਲੋਕ ਭੁਲਾਉਣ ਦੀ ਕੋਸ਼ਿਸ਼ ਕਰਦੇ ਹਨ ਸੰਸਾਰ ਨੂੰ, ਜੋ ਜ਼ੋਰ ਜ਼ੋਰ ਦੀ ਪਰਮਾਤਮਾ ਦਾ ਨਾਮ ਜਪਦੇ ਹਨ। ਇਹੋ ਹੀ ਤਾਂ ਕਿਹਾ ਸੀ ਨਾ ਭਗਤ ਜੀ ਨੇ, ਵੀ ਮੁੱਲਾ ਮੁਨਾਰੇ ਕਿਆ ਚੜ੍ਹੇ, ਸਾਈਂ ਨਾ ਬਹਿਰਾ ਹੋਏ, ਜਿਸ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਕਹਿੰਦੇ ਉਹ ਦਿਲ ਦੇ ਭੀਤਰ ਹੈ, ਅਤੇ ਜਿਹੜਾ ਦਿਲ ਦੇ ਭੀਤਰ ਹੈ, ਦਿਲ ਦੇ ਅੰਦਰ ਹੈ, ਦਿਲ ਦੇ ਵਿੱਚ ਹੈ, ਗਹਿਰਾਈ 'ਚ ਹੈ, ਉਹਨੂੰ ਤੁਸੀਂ ਉੱਚੀ ਉੱਚੀ ਪੁਕਾਰ ਕੇ ਯਾਦ ਕਰੋਗੇ। ਜਿਹੜਾ ਦੂਰ ਹੋਵੇ ਉਹਨੂੰ ਆਪਾਂ ਉੱਚੀ ਆਵਾਜ਼ ਕਰਕੇ ਬੁਲਾ ਸਕਦੇ ਹਾਂ, ਪਰ ਜਿਹੜਾ ਨੇੜੇ ਹੋਵੇ ਫਿਰ ਨੇੜੇ ਹੋਂ ਤੇ ਨੇਰਾ ਹੋਵੇ, ਉਹਨੂੰ ਤਾਂ ਆਵਾਜ਼ ਕਰਨ ਦੀ ਵੀ ਨਹੀਂ ਲੋੜ ਹੈ, ਕਿਉਂਕਿ ਜ਼ਿਆਦਾ ਨੇੜੇ ਹੈ। ਜਿਵੇਂ ਆਪਣੇ ਆਪ ਨੂੰ ਤੁਸੀਂ ਬੁਲਾਉਣਾ ਹੋਵੇ, ਅਤੇ ਬੁਲਾਉਣ ਵਾਸਤੇ ਕੀ ਕਰਨਾ ਪਊਗਾ? ਤੁਸੀਂ ਆਪਣਾ ਨਾਮ ਬੁਲਾਓਗੇ, ਨਾਮ ਬੁਲਾਉਣ ਦੀ ਤਾਂ ਲੋੜ ਹੀ ਨਹੀਂ। ਆਪਣੇ ਆਪ ਨੂੰ ਯਾਦ ਕਰਨਾ ਤੇ ਕੀ ਕਰੋਗੇ? ਚੇਤੇ ਕਰਨ ਦੀ ਕੋਸ਼ਿਸ਼ ਕਰੋਗੇ, ਜ਼ੋਰ ਲਾਓਗੇ। ਕਿਵੇਂ ਯਾਦ ਕਰੋਗੇ ਆਪਣੇ ਆਪ ਨੂੰ? ਇੱਦਾਂ ਹੀ ਹੈ। ਪਰਮਾਤਮਾ ਜੋ ਹੈ ਨਾ, ਉਹਨੂੰ ਜ਼ੋਰ ਦੀ ਬੁਲਾਇਆ ਤੇ ਕੀ ਜਾਣਾ ਹੈ, ਤੁਸੀਂ ਯਾਦ ਵੀ ਨਹੀਂ ਕਰ ਸਕਦੇ।
ਪਰ ਲੋਕ ਕੋਸ਼ਿਸ਼ ਕਰਕੇ ਯਾਦ ਕਰਨ ਦੀ ਵੀ ਕੋਸ਼ਿਸ਼ ਕਰਦੇ ਹਨ। ਜਿਵੇਂ ਇੱਕ ਬਹੁਤ ਹੀ ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਸ਼ਾਇਦ ਕਹਿ ਰਿਹਾ ਸੀ, जोर जोर से अल्लाह को याद मत कर, जोर जोर से अल्लाह को याद मत कर, उसने थोड़ा सा भी याद कर लिया तो लोगों ने बड़ियां तालियां मारियां समझदारां ने। यह शेर आखिरी होगा। हुण जे यह कह रहा है कि अल्लाह को जोर जोर से याद मत कर, पहली गल जोर जोर से पुकारिया जा सकता है, जोर जोर से याद किवें करोगे? अल्लाह तुहानू थोड़ा जिहा याद कर लूगा, भाव कि मौत वेले ही याद करूगा तुहानू अल्लाह। अल्लाह की याद विच तुसीं भुल सकदे हो, अल्लाह दे विच हो तुसीं, वो थोड़ी भुलाउंदा है तुहानू, तुसीं भुल जांदे हो। परमात्मा तो चला रहा है, तुहानू वो किवें भुलेगा? भुल जावे तो चलोगे किवें तुसीं? ते लोकां दा ख्याल इहो ही है कि थोड़ा सा याद किया अल्लाह ने ते अल्लाह नू प्यारे हो गए, भाव कि मर गए। मरना कोई प्यारे होना थोड़ी, जिहड़ा मन करके मरे, मैं करके मरे, उहनूं कहिंदे हन प्यारे, प्यारा हो गया। अल्लाह हों करके मर गए, शरीर करके मरन करके थोड़ी। पर अल्लाह नू याद किवें जोर जोर दी करोगे? तुसीं सोचिया है, कदी ख्याल कीता कि परमात्मा नू याद किया जा सकदा? फिर जोर जोर दी जोर ला के किसी नू तुसीं याद कर सकदे हो? कि जबरदस्ती याद कराउणा होवे किसी नू, कर याद नहीं। याद तो आउंदी है जिहदे नाल प्रेम होवे। बुलाया जा सकता है जोर दी, आवाज़ की जा सकती है जोर दी, पुकारिया जा सकता है जोर दी, पर याद जोर दी नहीं हुंदा। पर लोग जोर लाउंदे हन याद वास्ते। पर फिर भी अगर कोई जोर भी लावे परमात्मा नू याद करन वास्ते, वो याद कर सकता है। परमात्मा नू की गल तुसीं चेते कर सकते हो? किवें करोगे? क्योंकि वह कोई रंग नहीं, कोई रूप नहीं, कोई चक्कर नहीं, कोई चिन्ह नहीं, कोई वर्ण नहीं, कोई जात नहीं, कोई पात नहीं। वो तुहाडी याद विच किवें आवेगा? किवें याद कर लोगे उहनूं? तुसीं कदी सोचिया है? तुसीं कदी ख्याल कीता है? कहंदे ने परमात्मा नू याद करो, परमात्मा नू चेते करो। किवें करोगे? परमात्मा नू याद थोड़ी कर सकते। हाँ, ये जरूर है कि परमात्मा बहुत गहरे तल दे विच तुहाडी याद विच है। जिवें क्या है ना, दिल ही पीतर, दिल दे पीतर है, बहुत गहरे है। मूल है जिथों तुसीं आए हो, वो रस्ता तुहानूं याद है, वो मार्ग, वो दरवाजा, वो याद है, पिछे है, गहरे है।
ਤੇ ਉੱਪਰ ਸੰਸਾਰ ਦੇ ਯਾਦ ਦੀ ਮਿੱਟੀ ਪੈ ਗਈ, ਕਚਰਾ ਪੈ ਗਿਆ। ਇਹਨੂੰ ਹੀ ਕਚਰਾ ਕਿਹਾ ਹੈ। ਸੰਸਾਰ ਦੀਆਂ ਯਾਦਾਂ ਦਾ ਕਚਰਾ ਪੈ ਗਿਆ, ਸੰਸਾਰ ਦੀਆਂ ਵਿਚਾਰਾਂ ਦਾ ਕਚਰਾ ਪੈ ਗਿਆ। ਉਹ ਯਾਦ ਗਹਿਰੇ ਦੇ ਵਿੱਚ ਬੈਠ ਗਈ। ਇਹਨੂੰ ਹੀ ਕੂੜ ਦੀ ਪਾਲ ਕਿਹਾ ਹੈ, ਝੂਠ ਦੀ ਪਾਲ ਕਿਹਾ ਹੈ। ਇਹ ਕਚਰਾ ਹੈ, ਇਹ ਝੂਠ ਹੈ। ਇਹ ਪਾਲ ਫਿਰ ਟੁੱਟਦੀ ਕਿਵੇਂ ਹੈ? ਉਹ ਬਾਬੇ ਨਾਨਕ ਨੇ ਉਸ ਟਾਈਮ ਉਸ ਢੰਗ ਦੇ ਨਾਲ ਦੱਸਿਆ ਸੀ, ਉਸ ਵੇਲੇ ਉਸ ਸਮੇਂ। ਪਰ ਅਜੋਕੇ ਸਮੇਂ ਦੇ ਵਿੱਚ ਜੋ ਇੱਧਰ ਦੱਸਿਆ ਜਾ ਰਿਹਾ ਹੈ ਨਾ, ਦੱਸਿਆ ਤਾਂ ਉਹ ਹੀ ਜਾ ਰਿਹਾ ਹੈ, ਪਰ ਸ਼ਬਦਾਂ ਦਾ ਹੀ ਥੋੜ੍ਹਾ ਜਿਹਾ ਭਿੰਨ ਭੇਦ ਹੈ। ਥੋੜ੍ਹਾ ਜਿਹਾ ਖਿਆਲ ਵਿੱਚ ਲਓ, ਖਿਆਲ ਵਿੱਚ ਲਓ, ਖਿਆਲ ਵਿੱਚ ਲਓ।